ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਸਟਮ ਫਾਰਮ ਕਿਵੇਂ ਭਰਨਾ ਜਦੋਂ ਤੁਸੀਂ ਕੈਨੇਡਾ ਲੈਂਡ ਕਰਦੇ ਹੋ, ਉਹ ਅੱਜ ਇਸ ਵੀਡੀਓ 'ਚ ਅਸੀਂ ਡਿਸਕਸ ਕਰਾਂਗੇ। ਲਾਸਟ ਵੀਡੀਓ 'ਚ ਅਸੀਂ ਡਿਸਕਸ ਕੀਤਾ ਸੀ ਮੇਰਾ ਐਕਸਪੀਰੀਅੰਸ ਜੋ ਕਿ ਮੁੰਬਈ ਤੋਂ ਟੋਰਾਂਟੋ ਦਾ ਸੀ। ਅਸੀਂ ਕਿਵੇਂ ਆਏ ਜਾਂ ਕੀ ਐਕਸਪੀਰੀਅੰਸ ਸੀ ਜਾਂ ਕੀ ਫੋਰਮੈਲਿਟੀਜ਼ ਕਰਨੀਆਂ ਪਈਆਂ ਜਾਂ ਇਨ ਫਲਾਈਟ ਐਕਸਪੀਰੀਅੰਸ ਕੀ ਸੀ, ਉਹ ਆਪ ਜੀ ਦੇਖਣਾ ਚਾਹੋ ਤੇ ਡਿਸਕ੍ਰਿਪਸ਼ਨ 'ਚ ਲਿੰਕ ਹੈ, ਉਹਦੇ 'ਚ ਆਪ ਜੀ ਦੇਖ ਸਕਦੇ ਹੋ। ਹੁਣ ਸ਼ੁਰੂ ਕਰਦੇ ਹਾਂ ਜੀ। ਫਾਰਮ ਕਿਵੇਂ ਭਰਨਾ ਹੈ। ਚਾਰ ਕੁ ਹਿੱਸੇ ਨੇ ਫਾਰਮ ਦੇ ਬੇਸਿਕਲੀ, ਉਹ ਦੇਖ ਲੈਣਾ। ਪਹਿਲਾ ਹਿੱਸਾ ਜੀ ਪਾਰਟ ਏ, ਜਿਹਦੇ 'ਚ ਇਨਫੋਰਮੇਸ਼ਨ ਦੇਣੀ ਹੁੰਦੀ ਹੈ। ਨੇਮ ਆਪਣਾ ਲਿਖਣਾ ਹੁੰਦਾ ਹੈ ਜਾਂ ਡੇਟ ਆਫ ਬਰਥ ਜਾਂ ਸਿਟੀਜ਼ਨਸ਼ਿਪ। ਇਹ ਇੱਕ ਫਾਰਮ ਇੱਕ ਫੈਮਿਲੀ ਦੇ 4 ਜਾਣੇ ਭਰ ਸਕਦੇ ਨੇ ਜਿਹੜੇ ਸੇਮ ਐਡਰੈਸ 'ਤੇ ਰਹਿੰਦੇ ਹੋਣ। ਫੋਰ ਐਗਜ਼ਾਮਪਲ ਪੇਰੈਂਟਸ 2 ਅਤੇ 2 ਅੱਗੇ ਬੱਚੇ ਹੋ ਗਏ, ਜੇ ਇੱਕੋ ਘਰ 'ਤੇ ਰਹਿੰਦੇ ਨੇ ਅਤੇ ਉਹ ਇੱਕ ਫੈਮਿਲੀ ਦੇ ਸਿਰਫ 4 ਜਣੇ ਅਪ ਟੂ 4 ਹੀ ਇਹ ਫਾਰਮ ਭਰ ਸਕਦੇ ਨੇ। ਜਿਸ ਤੋਂ ਜ਼ਿਆਦਾ ਨੇ ਤਾਂ ਤੁਹਾਨੂੰ ਐਡੀਸ਼ਨਲ ਫਾਰਮ ਲੈ ਕੇ ਭਰਨਾ ਪਏਗਾ। ਜੇ ਮੰਨ ਲਓ ਤੁਸੀਂ 2 ਜਾਣੇ ਹੋ, 2 ਆ ਰਹੇ ਹੋ, ਪਰ ਦੋਨੋਂ ਅਲੱਗ-ਅਲੱਗ ਐਡਰੈਸ 'ਤੇ ਰਹਿੰਦੇ ਹੋ, ਤਾਂ ਤੁਹਾਨੂੰ 2 ਅਲੱਗ-ਅਲੱਗ ਫਾਰਮ ਭਰਨੇ ਪੈਣਗੇ। ਅਤੇ ਦੇਖ ਲੈਂਦੇ ਹਾਂ ਜੀ। ਪਾਰਟ ਏ ਹੈ। ਪਾਰਟ ਏ ਵਿੱਚ ਆਪਣਾ ਲਾਸਟ ਨੇਮ ਭਰਨਾ ਹੈ ਜੀ ਪਹਿਲੇ, ਫਿਰ ਫਸਟ ਨੇਮ, ਉਸ ਤੋਂ ਬਾਅਦ ਫਿਰ ਡੇਟ ਆਫ ਬਰਥ ਹੈ ਜੀ, ਸਿਟੀਜ਼ਨਸ਼ਿਪ। ਲਾਸਟ ਨੇਮ ਮੈਂ ਐਗਜ਼ਾਮਪਲ ਦੇ ਦੇਣਾ ਜੀ ਇਹਦੇ 'ਚ। ਲਾਸਟ ਨੇਮ ਫੋਰ ਐਗਜ਼ਾਮਪਲ ਕਿਸੇ ਦਾ ਨਾਮ ਜਿਵੇਂ ਅਮਨਦੀਪ ਸਿੰਘ ਬੇਦੀ ਹੈ, ਅਤੇ ਤੁਸੀਂ ਇੱਥੋਂ ਲਾਸਟ ਨੇਮ ਬੇਦੀ ਸਪੇਸ ਦੇ ਕੇ ਫਿਰ ਆਪਣਾ ਫਸਟ ਨੇਮ, ਇਸ ਕੇਸ 'ਚ ਜਿਵੇਂ ਅਸੀਂ ਐਗਜ਼ਾਮਪਲ ਲਿੱਤਾ ਅਮਨਦੀਪ ਸਿੰਘ, ਅਤੇ ਅਮਨਦੀਪ ਸਿੰਘ ਭਰਨਾ ਹੈ ਜੀ। ਉਸ ਤੋਂ ਬਾਅਦ ਡੇਟ ਆਫ ਬਰਥ ਹੈ। ਡੇਟ ਆਫ ਬਰਥ 'ਚ ਇਹਨਾਂ ਨੇ ਫਾਰਮੈਟ ਦਿੱਤਾ YYMMDD, ਮਤਲਬ ਸਨ ਪਹਿਲੇ, ਫਿਰ ਮਹੀਨਾ ਅਤੇ ਫਿਰ ਦਿਨ। ਅਤੇ ਸਨ ਐਗਜ਼ਾਮਪਲ ਲੈਂਦੇ ਹਾਂ ਜੀ 13 ਅਕਤੂਬਰ 1986, ਅਤੇ YY 'ਚ ਆਏਗਾ 86, 86। ਮੰਥ 'ਚ ਆਏਗਾ ਜੀ ਤੁਹਾਡਾ ਮਹੀਨਾ, ਜਿਵੇਂ ਅਸੀਂ ਅਕਤੂਬਰ ਗਿਆ ਅਤੇ 10, ਜੇ ਜੈਨ ਹੁੰਦਾ ਅਤੇ 0102, ਜਿਵੇਂ ਵੀ ਜਿਹੜਾ ਵੀ ਮਹੀਨਾ ਹੋਏਗਾ ਇੱਥੇ। ਫਿਰ DD 'ਚ ਜੀ ਦਿਨ, ਕਿਹੜੇ ਦਿਨ ਦਾ ਬਰਥ ਹੈ। ਫੋਰ ਐਗਜ਼ਾਮਪਲ 4 ਹੈ ਅਤੇ 0, 4, 10 ਹੈ ਅਤੇ 10। ਉਸ ਤੋਂ ਬਾਅਦ ਸਿਟੀਜ਼ਨਸ਼ਿਪ ਤੁਹਾਡੀ ਕਿੱਥੋਂ ਦੀ ਹੈ, ਡਿਪੈਂਡਸ ਪਾਸਪੋਰਟ ਕਿਹੜਾ ਹੈ। ਸਿੰਪਲ ਕਰਨ ਵਾਸਤੇ ਜੇ ਇੰਡੀਅਨ ਪਾਸਪੋਰਟ ਹੈ ਤਾਂ ਇੰਡੀਅਨ ਲਿਖ ਦੇਣਾ ਜੀ, ਜੇ ਕੈਨੇਡੀਅਨ ਪਾਸਪੋਰਟ ਹੈ ਤਾਂ ਕੈਨੇਡੀਅਨ ਲਿਖ ਦੇਣਾ। ਉਵੇਂ ਹੀ ਬਾਕੀ ਜਿਹੜੇ ਨਾਲ ਤੁਹਾਡੇ ਹੋਣਗੇ ਜਿਹੜੇ ਸੇਮ ਐਡਰੈਸ 'ਤੇ ਰਹਿੰਦੇ ਨੇ, ਉਹ 4 ਅਪ ਟੂ ਸਿਰਫ 4 ਜਣੇ ਇੱਥੇ ਭਰ ਦੇਣ। ਜੇ ਤੁਸੀਂ ਇਕੱਲੇ ਹੋ ਤਾਂ ਸਿਰਫ ਇਹ ਭਰ ਕੇ ਤੁਸੀਂ ਸੈਕਿੰਡ ਫਾਰਮ 'ਚ ਆ ਸਕਦੇ ਹੋ। ਇਹ ਜਿਹੜਾ ਪਾਰਟ ਹੈ ਜੀ, ਇਹਦੇ 'ਚ ਘਰ ਦਾ ਐਡਰੈਸ ਤੁਸੀਂ ਲਿਖਣਾ, ਤੁਸੀਂ ਕਿੱਥੇ ਰਹਿੰਦੇ ਹੋ ਉਹ ਤੁਸੀਂ ਇੱਥੇ ਲਿਖਣਾ ਹੈ, ਕਿਹੜੀ ਸਿਟੀ ਟਾਊਨ, ਜੇ ਤੁਸੀਂ ਓਨਟਾਰੀਓ ਆ ਰਹੇ ਹੋ ਜਾਂ ਟੋਰਾਂਟੋ ਲੈਂਡ ਕਰ ਰਹੇ ਹੋ, ਜੇ ਤੁਸੀਂ ਟੋਰਾਂਟੋ ਰਹਿੰਦੇ ਹੋ, ਬਰੈਂਪਟਨ, ਓਸ਼ਵਾ, ਵਿਟਬੀ, ਜਿੱਥੇ ਵੀ ਰਹਿੰਦੇ ਹੋ ਉਹ ਤੁਸੀਂ ਇੱਥੇ ਲਿਖ ਦੇਣਾ ਜੀ। ਪ੍ਰੋਵਿੰਸ ਕਿਹੜੀ ਹੈ, ਫੋਰ ਐਗਜ਼ਾਮਪਲ ਅਸੀਂ ਲਿਆ ਜਿਵੇਂ ਮੈਂ ਟੋਰਾਂਟੋ ਆਇਆ ਸੀ ਅਤੇ ਇਟਸ ਐਨ ਓਨਟਾਰੀਓ ਪ੍ਰੋਵਿੰਸ, ON। ਜਾਂ ਤੁਸੀਂ ਵੈਂਕੂਵਰ ਜਾ ਰਹੇ ਹੋ ਅਤੇ BC ਲਿਖ ਦੇਣਾ ਜੀ। ਕੰਟਰੀ ਕੈਨੇਡਾ ਆਏ ਹਾਂ, ਅਤੇ ਹੋਮ ਐਡਰੈਸ ਦਾ ਪੋਸਟਲ ਕੋਡ ਆਪ ਜੀ ਨੇ ਇੱਥੇ ਲਿਖ ਦੇਣਾ ਜੀ। ਇਹ 2 ਸੌਖੀ ਚੀਜ਼ ਨੇ। ਉਸ ਤੋਂ ਬਾਅਦ ਅਸੀਂ ਇਨਫੋਰਮੇਸ਼ਨ ਦੇਣੀ ਹੈ ਜੀ, ਅਸੀਂ ਕਿਸ ਤਰ੍ਹਾਂ ਆਏ ਹਾਂ ਇੰਡੀਆ ਤੋਂ। ਆਪਸ਼ਨ ਇਜ਼ ਓਨਲੀ ਏਅਰ, ਜੇ ਕੋਈ ਹੋਰ ਕਿਸੇ ਮਾਧਿਅਮ ਤੋਂ ਜਾਂ ਹੋਰ ਕਿੱਥੋਂ ਆਇਆ ਅਤੇ ਉਸ ਤਰ੍ਹਾਂ ਭਰ ਲਏ। ਫੋਰ ਐਗਜ਼ਾਮਪਲ ਅਸੀਂ ਜਿਵੇਂ ਏਅਰ ਕੈਨੇਡਾ ਤੋਂ ਆਏ ਸੀ ਅਤੇ AC ਕਰਕੇ। ਉਸ ਤੋਂ ਬਾਅਦ ਫਲਾਈਟ ਨੰਬਰ, ਇਹ ਇਨਫੋਰਮੇਸ਼ਨ ਜੀ ਬੋਰਡਿੰਗ ਪਾਸ 'ਤੇ ਹੁੰਦੀ ਹੈ, ਆਪ ਜੀ ਬੋਰਡਿੰਗ ਪਾਸ ਤੋਂ ਦੇਖ ਕੇ ਲਿਖ ਸਕਦੇ ਹੋ। ਜਾਂ ਨਹੀਂ ਸਮਝ ਆਏ ਅਤੇ ਆਪ ਜੇ ਕੋਈ ਨਾਲ ਉਹਨੂੰ ਪੁੱਛ ਲਓ, ਨਹੀਂ ਤਾਂ ਫਲਾਈਟ ਅਟੈਂਡੈਂਟਸ ਹੁੰਦੇ ਹੀ ਨਹੀਂ ਹੈਲਪ ਕਰਨ ਵਾਸਤੇ, ਉਹਨਾਂ ਨੂੰ ਪੁੱਛ ਸਕਦੇ ਹੋ ਜੀ। ਫਿਰ ਹੈ ਜੀ ਪਰਪਸ ਆਫ ਸਟੱਡੀ ਕੀ ਹੈ, ਪਰਪਸ ਆਫ ਟ੍ਰਿਪ। ਆਪ ਜੀ ਪੜ੍ਹਨ ਵਾਸਤੇ ਆਏ ਹੋ ਜਾਂ ਪਰਸਨਲ ਹੈ ਜਾਂ ਕੋਈ ਬਿਜ਼ਨਸ ਰੀਜ਼ਨ ਤੇ ਆ ਰਹੇ ਹੋ, ਉਹ ਆਪਣਾ ਜੋ ਵੀ ਤੁਹਾਡਾ ਰੀਜ਼ਨ ਹੋਏਗਾ ਕਰ ਦੇਣਾ। ਮੇਰੇ ਕੇਸ 'ਚ ਪਰਸਨਲ ਸੀ ਅਤੇ ਆਈ ਪੁੱਟ ਇਟ ਐਜ਼ ਪਰਸਨਲ। ਫਿਰ ਅਰਾਈਵਿੰਗ ਫਰੋਮ, ਤੁਸੀਂ ਕਿੱਥੋਂ ਆ ਰਹੇ ਹੋ, US ਤੋਂ ਆ ਰਹੇ ਹੋ ਜਾਂ ਤੁਸੀਂ ਡਾਇਰੈਕਟ ਕਿਤੋਂ ਹੋਰ ਆ ਰਹੇ ਹੋ ਜਾਂ ਵਾਇਆ US ਆ ਰਹੇ ਹੋ ਕਿਸੇ ਹੋਰ ਕੰਟਰੀ ਤੋਂ, ਉਹ ਚੀਜ਼ਾਂ ਭਰਨੀਆਂ ਨੇ। ਮੇਰੇ ਕੇਸ 'ਚ ਅਸੀਂ ਇੰਡੀਆ ਤੋਂ ਆਏ ਸੀ ਅਤੇ ਡਾਇਰੈਕਟ ਫਲਾਈਟ ਸੀ ਅਤੇ ਅਸੀਂ ਅਦਰ ਕੰਟਰੀ ਡਾਇਰੈਕਟ 'ਤੇ ਟਿਕ ਕਰਤਾ ਸੀ ਜੀ। ਹੁਣ ਉਸ ਤੋਂ ਬਾਅਦ ਥਰਡ ਇਹ ਆਪਸ਼ਨ ਹੈ ਜੀ ਕਿ ਅਸੀਂ ਕੀ ਕੈਰੀ ਕਰ ਰਹੇ ਹਾਂ, ਇਹ ਓਨੈਸਟਲੀ ਕਸਟਮ ਭਰੀਏ ਅਤੇ ਜੋ ਵੀ ਲਿਆਇਓ ਉਹ ਤੁਸੀਂ ਪਲੀਜ਼ ਡਿਕਲੇਅਰ ਕਰੋ, ਓਨੈਸਟਲੀ ਫਾਰਮ ਫਿਲ ਕਰੋ। ਅਤੇ ਮੈਂ ਜੋ ਲਿਆਇਆ ਸੀ ਮੈਂ ਆਪਣਾ ਐਗਜ਼ਾਮਪਲ ਦੱਸ ਦੇਣਾ ਤੁਹਾਨੂੰ। ਇਹਦੇ 'ਚ ਹੈ ਕਿ I am ਜਾਂ we are, ਅਸੀਂ ਜੇ ਇੱਕ ਤੋਂ ਵੱਧ ਨੇ ਅਤੇ we, ਜੇ ਇਕੱਲੇ ਆ ਰਹੇ ਹੋ ਅਤੇ I am ਐਜ਼ ਅ ਰੈਡ। ਅਤੇ ਫਾਇਰ ਆਰਮ ਜਾਂ ਕੋਈ ਹੋਰ ਵੈਪਨ ਅਸੀਂ ਲੈ ਕੇ ਆ ਰਹੇ ਹਾਂ, ਬਲੇਡ ਵਗੈਰਾ, ਮੇਸ ਜਾਂ ਪੈਪਰ ਸਪਰੇ, ਅਤੇ ਉਹ ਤੁਸੀਂ ਡਿਕਲੇਅਰ ਕਰਨਾ ਹੈ। ਜਿਵੇਂ ਮੈਂ ਨਹੀਂ ਕੁਛ ਨਹੀਂ ਕਹਿੰਦਾ ਸੀ। ਅਤੇ 9 ਕਮਰਸ਼ੀਅਲ ਗੁੱਡਸ ਅਸੀਂ ਕੁਛ ਲੈ ਕੇ ਆ ਰਹੇ ਹਾਂ ਜਿਹੜੇ ਵੇਚਣ ਵਾਲੇ ਨੇ ਜਾਂ ਰੀਸੇਲ ਵਾਸਤੇ ਨਹੀਂ ਨੇ, ਪਰ ਫਿਰ ਵੀ ਅਸੀਂ ਲੈ ਕੇ ਆ ਰਹੇ ਹਾਂ ਸੈਂਪਲਸ ਦਿਖਾਉਣ ਵਾਸਤੇ, ਜਾਂ ਕੋਈ ਟੂਲਸ ਇਕਵਿਪਮੈਂਟ ਉਹ ਦੱਸਣਾ ਹੈ।
ਮੇਰੇ ਕੇਸ 'ਚ ਕੁਛ ਨਹੀਂ ਸੀ ਜੀ ਅਤੇ ਮੈਂ ਨੋ ਭਰਤਾ। ਤੁਸੀਂ ਇਸ ਤਰ੍ਹਾਂ ਦਾ ਲਿਆ ਰਹੇ ਹੋ ਤੁਸੀਂ ਦੱਸੋ। ਕੋਈ ਮੀਟ, ਫਿਸ਼, ਸੀ ਫੂਡ, ਐਗ, ਡੇਰੀ ਪ੍ਰੋਡਕਟਸ, ਫਰੂਟਸ, ਵੈਜੀਟੇਬਲਸ, ਸੀਡਸ, ਨਟਸ, ਪਲਾਂਟਸ, ਫਲਾਵਰ, ਵੁੱਡ, ਐਨੀਮਲ, ਬਰਡਸ, ਇਨਸੈਕਟਸ ਜਾਂ ਹੋਰ ਕੋਈ ਪਾਰਟ ਜਾਂ ਪ੍ਰੋਡਕਟ ਜਾਂ ਇਹਦਾ ਬਾਏ ਪ੍ਰੋਡਕਟ ਲੈ ਕੇ ਆ ਰਹੇ ਹੋ, ਉਹ ਵੀ ਤੁਹਾਨੂੰ ਦੱਸਣਾ ਹੈ। ਅਸੀਂ ਯੂਜਲੀ ਸਵੀਟਸ ਲੈਂਦੇ ਹਾਂ ਨੇ ਜਦੋਂ ਵੀ ਜਾ ਕੇ ਆਈਦਾ, ਅਤੇ ਉਹ ਡੇਰੀ ਪ੍ਰੋਡਕਟਸ ਆਉਂਦਾ ਕਿਉਂਕਿ ਦੁੱਧ ਦੀ ਬਣਦੀ ਹੈ, ਅਤੇ ਅਸੀਂ ਯੈਸ ਕਰ ਦਈਦਾ। ਅਤੇ ਮੈਂ ਇਸ ਵਾਰੀ ਵੀ ਲਿਆਇਆ ਸੀ ਅਤੇ ਮੈਂ ਯੈਸ ਕਰਤਾ ਸੀ। ਅਤੇ ਓਵਰ ਦਾ ਕਾਊਂਟਰ ਜਦੋਂ ਕਸਟਮ ਫਾਰਮ ਸ਼ੋਅ ਕਰੀਦਾ ਭਰ ਕੇ, ਅਤੇ ਉਹਨਾਂ ਨੇ ਪੁੱਛਿਆ ਸੀ ਵੀ ਕੀ ਡੇਰੀ ਪ੍ਰੋਡਕਟ ਲਿਆਂਦਾ ਜਾਂ ਕੀ ਲੈ ਕੇ ਆਇਆ, ਅਤੇ ਕਿਹਾ ਸੀ ਜੀ ਡੇਰੀ ਪ੍ਰੋਡਕਟ ਅਤੇ ਸਵੀਟ ਲਿਆਇਆ ਖਾਣ ਵਾਸਤੇ। ਅਤੇ ਉਹਨਾਂ ਨੇ ਕਿਹਾ ਜੀ ਠੀਕ ਹੈ ਕੋਈ ਗੱਲ ਨਹੀਂ, ਐਂਡ ਦੈਟਸ ਇਟ। ਜੋ ਵੀ ਤੁਸੀਂ ਜਿਸ ਤਰ੍ਹਾਂ ਦੀ ਕੋਈ ਚੀਜ਼ ਲਿਆ ਰਹੇ ਹੋ, ਅਤੇ ਪਲੀਜ਼ ਇੱਥੇ ਯੈਸ ਕਰਕੇ ਉਹਨਾਂ ਨੂੰ ਦੱਸੋ। ਉਸ ਤੋਂ ਬਾਅਦ ਜੀ ਅਗਲਾ ਆਪਸ਼ਨ ਹੈ ਕਰੰਸੀ ਦਾ। ਜੇ ਤੁਸੀਂ 10,000 ਕੈਨੇਡੀਅਨ ਡਾਲਰ ਜਾਂ ਉਸ ਤੋਂ ਵੱਧ ਦਾ ਲੈ ਕੇ ਆ ਰਹੇ ਹੋ ਜਾਂ ਸਮਾਨ, ਤੇ ਤਾਂ ਵੀ ਤੁਹਾਨੂੰ ਇੱਥੇ ਡਿਕਲੇਅਰ ਕਰਨਾ ਹੈ ਜੀ। ਮੇਰੇ ਕੇਸ 'ਚ ਮੈਂ ਨਹੀਂ ਲਿਆਂਦਾ ਅਤੇ ਮੈਂ ਨੋ ਕਰਤਾ ਸੀ ਜੀ। ਤੁਹਾਡੇ ਹੋਰ ਕੋਈ ਅਨਕੰਪਨੀਡ ਗੁੱਡਸ ਯਾਨੀ ਕਿ ਜਿਹੜੇ ਤੁਸੀਂ ਆਪਣੇ ਨਾਲ ਨਹੀਂ ਲਿਆਏ, ਜਿਵੇਂ ਕਈ PR 'ਤੇ ਆਉਂਦੇ ਨੇ ਅਤੇ ਸਮਾਨ ਅੱਧਾ ਆਉਂਦਾ ਅੱਧਾ ਬਾਅਦ 'ਚੋਂ ਲਿਆਉਂਦੇ ਨੇ, ਅਤੇ ਉਹ ਤੁਸੀਂ ਦੱਸਣਾ ਵੀ ਨਹੀਂ ਮੈਂ ਜੇ 2 ਹੀ ਲਿਆਇਆ, ਬਾਕੀ ਮੇਰੇ 2 ਸਮਾਨ ਬਾਅਦ 'ਚੋਂ ਆਉਣੇ ਨੇ ਜਾਂ ਅਗਲੀ ਫਲਾਈਟ 'ਤੇ ਆਉਣਗੇ ਜਾਂ ਮੈਂ ਫਿਰ ਜਾਂ ਕੋਈ ਲੈ ਕੇ ਆ ਰਿਹਾ, ਅਤੇ ਉਹ ਤੁਸੀਂ ਇੱਥੇ ਅਨਕੰਪਨੀਡ ਗੁੱਡ ਦੱਸ ਸਕਦੇ ਹੋ। ਮੇਰੇ ਕੇਸ 'ਚ ਜੀ ਕੋਈ ਨਹੀਂ ਸੀ ਅਤੇ ਮੈਂ ਨੋ ਕਰਤਾ। ਜਾਂ ਤੁਸੀਂ ਫਾਰਮ ਵਿਜ਼ਿਟ ਕੀਤਾ ਐਂਡ ਵਿਲ ਬੀ ਗੋਇੰਗ ਟੂ ਅ ਫਾਰਮ ਇਨ ਕੈਨੇਡਾ। ਜੇ ਤੁਸੀਂ ਉੱਧਰ ਫਾਰਮ ਵਿਜ਼ਿਟ ਕੀਤਾ ਖੇਤ ਵਗੈਰਾ, ਅਤੇ ਇੱਥੇ ਵੀ ਆ ਕੇ ਕਿਸੇ ਫਾਰਮ 'ਤੇ ਜਾਣਾ ਤਾਂ ਤੁਸੀਂ ਇੱਥੇ ਯੈਸ ਕਰਨਾ ਹੈ। ਮੇਰੇ ਕੇਸ 'ਚ ਨਾ ਮੈਂ ਫਾਰਮ ਵਿਜ਼ਿਟ ਕੀਤਾ, ਨਾ ਮੇਰਾ ਇੱਥੇ ਕੋਈ ਫਾਰਮ ਦਾ ਕੰਮ ਸੀ, ਅਤੇ ਮੈਂ ਨੋ ਭਰਤਾ ਜੀ। ਇਹ ਇੰਪੋਰਟੈਂਟ ਨੇ, ਇਹਨਾਂ ਨੂੰ ਓਨੈਸਟਲੀ ਭਰੋ। ਅਤੇ ਜੇ ਨਹੀਂ ਕੋਈ ਚੀਜ਼ ਸਮਝ ਆਏ ਤਾਂ ਉੱਥੇ ਹੈਲਪ ਕਰਨ ਵਾਸਤੇ ਹੁੰਦੇ ਨੇ, ਕਾਫੀ ਹੈਲਪਫੁਲ ਹੁੰਦੇ ਨੇ ਅਥੋਰਿਟੀਜ਼ ਦੇ ਲੋਕ, ਤੁਸੀਂ ਪੁੱਛ ਸਕਦੇ ਹੋ ਐਂਡ ਦੇ ਵਿਲ ਹੈਲਪ ਯੂ। ਉਸ ਤੋਂ ਬਾਅਦ ਪਾਰਟ B ਹੈ ਜੀ, ਜਿਹੜਾ ਇੰਪੋਰਟੈਂਟ ਹੈ। ਪਾਰਟ B ਹੈ ਕਿ ਡਿਊਰੇਸ਼ਨ ਆਫ ਸਟੇ ਇਨ ਕੈਨੇਡਾ, ਵੀ ਤੁਸੀਂ ਕੈਨੇਡਾ ਕਿੰਨੇ ਦਿਨ ਰਹਿਣਾ। ਇਹ ਭਰਨਾ ਹੈ ਜੇ ਤੁਸੀਂ ਵਿਜ਼ਿਟਰ 'ਤੇ ਆ ਰਹੇ ਹੋ, ਟੂਰਿਸਟ ਵੀਜ਼ਾ ਤੁਹਾਡੇ ਕੋਲ, ਵਿਜ਼ਟਰ ਵੀਜ਼ਾ ਹੈ, ਅਤੇ ਉਹ ਚੀਜ਼ ਤੁਸੀਂ ਇੱਥੇ ਭਰਨੀ ਹੈ ਵੀ ਕਿੰਨੇ ਦਿਨ ਵਾਸਤੇ ਤੁਸੀਂ ਰਹਿਣ ਆ ਰਹੇ ਹੋ। ਹਫ਼ਤਾ, 10 ਦਿਨ, ਮਹੀਨਾ, 2 ਮਹੀਨਾ, 3 ਮਹੀਨੇ, 6 ਮਹੀਨੇ, ਉਹ ਜੀ ਤੁਸੀਂ ਦਿਨ ਲਿਖਣੇ ਨੇ, ਮਹੀਨਾ ਨਹੀਂ, ਡੇਜ਼ ਲਿਖਿਆ, ਅਤੇ ਦਿਨ ਤੁਸੀਂ ਇਸ ਹਿਸਾਬ ਨਾਲ ਲਿਖ ਦਿਓ। ਜੇ 2 ਮਹੀਨੇ ਤੇ 60 ਦਿਨ, 3 'ਚ 190 ਦਿਨ, ਜੇ 4 ਹੈ ਤਾਂ ਜੀ 120, ਉਸ ਹਿਸਾਬ ਨਾਲ ਤੁਸੀਂ ਇੱਥੇ ਦਿਨ ਲਿਖ ਦਿਓ। ਡੂ ਯੂ ਹੈਵ ਐਨੀ ਪਰਸਨ ਲਿਸਟਡ ਅਬਵ exceed the duty free allowance per person, see the instruction on the left। ਇਹ ਜੀ ਲਿਮਿਟ, ਇੱਕ ਰਿਸਟ੍ਰਿਕਸ਼ਨ ਹੈ ਐਜ਼ ਅ, ਜੇ ਤੁਸੀਂ ਵਿਜ਼ਟਰ ਆਉਂਦੇ ਹੋ ਅਤੇ ਵਿਜ਼ਟਰ ਵੀਜ਼ਾ ਦੀ ਇਹ ਲਿਮਿਟੇਸ਼ਨਸ ਹੈਗੀਆਂ ਨੇ ਜੀ। ਇੱਥੇ ਮੈਂ ਆਪ ਜੀ ਨੂੰ ਦੱਸ ਦਿੰਦਾ, ਇਹ ਲਿਮਿਟੇਸ਼ਨ ਹੈ। ਤੁਸੀਂ ਜੇ ਆ ਰਹੇ ਹੋ ਅਤੇ ਡਿਊਟੀ ਫਰੀ ਅਲਾਊਂਸ ਜਿਹੜੀ ਈਚ ਵਿਜ਼ਿਟਰ ਦੀ ਹੈ, ਜੇ 4 ਹੋ ਤਾਂ ਟੋਟਲ 4 ਦਾ ਕਰ ਲਓ, ਜੇ ਇਕੱਲੇ ਹੋ ਤਾਂ ਇਕੱਲੇ ਦੀ ਜੀ। ਗਿਫਟਸ ਐਕਸਕਲੂਡਿੰਗ ਅਲਕੋਹਲ ਜਾਂ ਟਬੈਕੋ ਪ੍ਰੋਡਕਟਸ $60 ਤੋਂ ਜ਼ਿਆਦਾ ਨਹੀਂ ਹੋ ਸਕਦੀ ਜੀ। ਕੈਨੇਡੀਅਨ 'ਚ ਇੰਡੀਅਨ 'ਤੇ ਕਨਵਰਟ ਕਰ ਲਓ, ਉਹ ਤੁਸੀਂ ਇਸ ਤੋਂ ਜ਼ਿਆਦਾ ਨਹੀਂ ਲਿਆ ਸਕਦੇ ਐਜ਼ ਅ ਵਿਜ਼ਟਰ ਜੇ ਤੁਸੀਂ ਆ ਰਹੇ ਹੋ। ਅਲਕੋਹਲ ਟਬੈਕੋ ਦਾ ਜੀ ਕਾਲਮ ਥੱਲੇ ਹੈ, ਇਹ ਲਿਖਿਆ ਜੀ 1.5 ਲੀਟਰ ਆਫ ਵਾਈਨ ਅਤੇ 1.14 ਲੀਟਰ ਆਫ ਲੀਕਰ ਜਾਂ 24 ਕੈਨ ਆਈ ਥਿੰਕ 350 ml ਦੇ, ਔਰ ਬੋਟਲ 8.5 ਲੀਟਰ ਦੀ ਬੀਅਰ ਜਾਂ ਏਲ ਦੀ, ਉਹ ਵੀ ਯੂ ਸ਼ੁੱਡ ਹੈਵ ਅ ਲੀਗਲ ਏਜ, ਅਦਰਵਾਈਜ਼ ਯੂ ਕੈਨ ਨਾਟ। ਅਤੇ ਬਾਕੀ ਇਹ ਟਬੈਕੋ ਦਾ ਹੈ ਜਿਹਦੇ 'ਤੇ ਚਲੋ ਇਹ ਲਿਮਿਟ ਹੈ ਵਿਜ਼ਟਰ ਵਾਸਤੇ ਜੀ। ਠੀਕ ਹੈ ਜੀ। ਜੇ ਤੁਸੀਂ ਐਕਸੀਡ ਕਰ ਰਹੇ ਹੋ ਤਾਂ ਇੱਥੇ ਦੱਸ ਦਿਓ, ਜੇ ਨਹੀਂ ਕਰ ਰਹੇ ਤਾਂ ਇੱਥੇ ਨੋ ਕਰਨਾ। ਫਿਰ ਰੈਸੀਡੈਂਟਸ ਆਫ ਕੈਨੇਡਾ ਵਾਸਤੇ ਨੇ ਅਲੱਗ ਲਿਮਿਟੇਸ਼ਨਸ ਨੇ। ਜਿਹੜੇ ਰੈਸੀਡੈਂਟਸ ਆਫ ਕੈਨੇਡਾ ਦੇ ਜਾਂ PR ਹੋਲਡਰ ਨੇ, ਉਹਨਾਂ ਦਾ ਹੈ ਜੀ, ਜੇ ਤੁਸੀਂ 24 ਘੰਟੇ ਤੋਂ ਐਬਸੈਂਟ ਹੋ ਜਾਂ ਇੱਕ ਦਿਨ ਵਾਸਤੇ ਬਾਹਰ ਗਏ ਹੋ, ਅਤੇ ਤੁਸੀਂ $200 ਤੋਂ ਵੱਧ ਦਾ ਸਮਾਨ ਨਹੀਂ ਲਿਆ ਸਕਦੇ। ਓਕੇ, ਅਤੇ ਇਹਦੇ 'ਚ ਫਿਰ ਜੇ ਤੁਸੀਂ 2 ਦਿਨ ਤੋਂ ਬਾਅਦ ਰਹਿ ਕੇ ਫਿਰ ਆ ਰਹੇ ਹੋ, ਅਤੇ ਉਹ $800 ਹੈ ਜੀ। ਤੁਸੀਂ $800 ਤੱਕ ਦਾ ਸਮਾਨ ਲਿਆ ਸਕਦੇ ਹੋ। ਐਂਡ ਦਿਸ ਇਨਕਲੂਡਸ ਟਬੈਕੋ, ਅਲਕੋਹਲ ਐਂਡ ਅਨਕੰਪਨੀਡ ਗੁੱਡਸ ਕੈਨ ਨਾਟ ਬੀ ਕਲੇਮਡ। ਇਹਦੇ ਵਿੱਚ ਜੇ ਕੋਈ ਸਮਾਨ ਪਿੱਛੋਂ ਆ ਰਿਹਾ ਤਾਂ ਉਹ ਤੁਸੀਂ ਕਲੇਮ ਨਹੀਂ ਕਰ ਸਕਦੇ ਕਿਸੇ ਵੀ ਕੇਸ 'ਚ। ਜੇ 7 ਦਿਨ ਤੋਂ ਜ਼ਿਆਦਾ ਦੀ ਐਬਸੈਂਸ ਹੈ ਜੀ, ਤੁਹਾਡੇ ਕੋਲ ਮੈਕਸੀਮਮ ਲਿਮਿਟ ਹੈ ਜੀ, ਤੁਸੀਂ $800 ਤੋਂ ਜ਼ਿਆਦਾ ਦਾ ਸਮਾਨ ਨਹੀਂ ਲਿਆ ਸਕਦੇ। ਵਿਚ ਐਂਡ ਦਿਸ ਇਨਕਲੂਡਸ ਯੋਰ ਅਲਕੋਹਲ, ਟਬੈਕੋ ਐਂਡ ਸੀ ਟੇਬਲ ਬਿਲੋ। ਇਹ ਅਸੀਂ ਲਿਮਿਟੇਸ਼ਨ ਦੇਖ ਲਈਏ, ਅਤੇ ਅਨਕੰਪਨੀਡ ਪ੍ਰੋਡਕਟਸ ਇਹਦੇ 'ਚ ਇਨਕਲੂਡਡ
ਨਹੀਂ ਹੋਣਗੇ। ਸਿਰਫ ਟਬੈਕੋ, ਅਲਕੋਹਲ ਜਾਂ ਹੋਰ ਜੋ ਵੀ ਗਿਫਟਸ ਨੇ ਅਪ ਟੂ $800 ਦਾ ਤੁਸੀਂ ਕਰ ਸਕਦੇ ਹੋ ਜੀ। ਬਸ ਉਹ ਜੇ ਤੁਸੀਂ ਐਕਸੀਡ ਕਰਦੇ ਹੋ ਤਾਂ ਯੈਸ, ਜੇ ਨਹੀਂ ਕਰਦੇ ਤਾਂ ਤੁਸੀਂ ਨੋ ਲਿਖ ਦੇਣਾ ਜੀ। ਇਹ ਧਿਆਨ ਰੱਖਣਾ ਜੀ। ਬੀ ਜਿਹੜਾ ਹੈ ਉਹ ਵਿਜ਼ਟਰਸ ਵਾਸਤੇ ਟੂਰਿਸਟ ਵੀਜ਼ਾ ਜਾਂ ਜਿਹਦੇ 'ਤੇ ਅਸੀਂ ਸੁਪਰ ਵੀਜ਼ਾ ਜੋ ਵੀ ਕਹੀਦਾ ਐਜ਼ ਅ ਵਿਜ਼ਟਰ ਆ ਰਹੇ ਹਾਂ ਤਾਂ ਇਹ, ਜੇ ਰੈਸੀਡੈਂਟਸ ਆ ਤਾਂ ਇਹ ਵਾਲਾ ਕਾਲਮ ਹੈ ਜੀ। ਉਸ ਤੋਂ ਬਾਅਦ ਇਹ ਲਿਖਣੀ ਹੈ ਕਿ ਤੁਸੀਂ ਕੈਨੇਡਾ ਜਦੋਂ ਤੁਸੀਂ ਗਏ ਸੀ ਇੱਧਰੋਂ, ਉਹ ਕਿਹੜੀ ਡੇਟ ਨੂੰ ਕੈਨੇਡਾ ਤੋਂ ਨਿਕਲੇ ਸੀ ਬਾਹਰ, ਅਤੇ ਉਹ ਵੀ ਐਵੇਂ ਹੀ ਸੇਮ ਫਾਰਮੈਟ ਹੈ ਜੀ। ਸਨ ਪਹਿਲੇ ਮਹੀਨਾ ਅਤੇ ਫਿਰ ਦਿਨ EYYMMDD 'ਚ ਫਾਰਮੈਟ 'ਚ ਲਿਖਣਾ। ਅਤੇ ਗੁੱਡਸ ਵੈਲਿਊ ਪਰਚੇਜ਼ਡ ਔਰ ਰਿਸੀਵਡ ਅਬਰੋਡ, ਜਾਂ ਤੁਹਾਨੂੰ ਕਿਸੇ ਨੇ ਕੋਈ ਗਿਫਟ ਦਿੱਤਾ ਜਾਂ ਤੁਸੀਂ ਖਰੀਦ ਕੇ ਲਿਆਏ ਹੋ, ਇਨਕਲੂਡਸ ਗਿਫਟ, ਅਲਕੋਹਲ, ਟਬੈਕੋ, ਉਹਦਾ ਅਮਾਊਂਟ ਤੁਸੀਂ ਲਿਖਣਾ ਅਤੇ ਉਹ ਅਮਾਊਂਟ ਤੁਸੀਂ ਇੱਥੇ ਡਿਕਲੇਅਰ ਕਰਨਾ ਜੀ। ਲਿਮਿਟਸ ਤੁਹਾਨੂੰ ਪਤਾ ਨੇ ਅਤੇ ਯੈਸ ਨੋ ਦਾ ਵੀ ਤੁਹਾਨੂੰ ਉੱਤੇ ਅਸੀਂ ਦੇਖ ਲਿਆ। ਉਸ ਤੋਂ ਬਾਅਦ ਇਹ 1 2 3 4 ਜਿਹੜੇ ਆਪਸ਼ਨ ਨੇ, ਇਹ ਅਸੀਂ ਜਿਹੜੇ ਉੱਤੇ ਦੇਖੇ ਸੀ ਜੀ 4 ਜਾਣੇ ਜੇ ਉਹਨਾਂ ਦੇ ਨੇ। ਇਹ ਜੇ ਤੁਸੀਂ ਇਕੱਲੇ ਹੀ ਹੋ ਤਾਂ ਸਿਰਫ ਇੱਕ 1 ਭਰ ਕੇ ਯੂ ਆਰ ਫਰੀ, ਤੁਹਾਨੂੰ ਹੋਰ ਕੁਛ ਨਹੀਂ ਭਰਨਾ। ਜੇ ਤੁਸੀਂ 2 ਭਰੇ ਨੇ ਉੱਤੇ, ਉਸ ਹਿਸਾਬ ਨਾਲ 3 ਜਾਂ 4 ਮੈਕਸੀਮਮ 4 ਵੀ ਨੇ, ਉਹ ਫਿਰ ਆਪਣੇ ਆਪਣੇ ਹਿਸਾਬ ਨਾਲ ਇੱਥੇ ਤੁਸੀਂ ਵੈਲਿਊ ਅਤੇ ਡੇਟ ਦੱਸ ਸਕਦੇ ਹੋ। ਲਾਸਟ ਪਾਰਟ ਹੈ ਜੀ ਪਾਰਟ ਡੀ। ਇੱਥੇ ਸਿਗਨੇਚਰ ਕਰਨੇ ਜੇ 16 ਸਾਲ ਅਤੇ ਜੇ ਤੁਹਾਡੀ ਉਮਰ ਉੱਤੇ ਦੀ ਹੈ, ਬੱਚੇ ਨੇ ਇਹਦੇ ਤੁਸੀਂ ਆਪ ਕਰ ਸਕਦੇ ਹੋ। ਇੱਥੇ ਤੇ ਉਹੀ ਜਿਵੇਂ ਉੱਪਰ ਜਿੰਨੇ ਬੰਦੇ ਨੇ ਉਸ ਹਿਸਾਬ ਨਾਲ ਕਾਲਮ ਦਿੱਤਾ ਜੀ। ਜਿਹੜੇ 1 'ਤੇ ਨਾਮ ਹੈ, 2 'ਤੇ ਜਾਂ 3 'ਤੇ ਨਾਮ, ਅਕੋਰਡਿੰਗਲੀ ਆਪ ਜੀ ਸਾਈਨ ਕਰਨੇ ਨੇ ਅਤੇ ਡੇਟ ਭਰਨੀ ਹੈ ਜੀ। ਇਹ ਹੈ ਜੀ ਕਸਟਮ ਡਿਕਲੇਰੇਸ਼ਨ ਫਾਰਮ। ਕੋਈ ਤੁਹਾਨੂੰ ਡਾਊਟ ਹੋਵੇ ਜਾਂ ਕੋਈ ਚੀਜ਼ ਪੁੱਛਣਾ ਚਾਹੋ ਤਾਂ ਤੁਸੀਂ ਮੈਨੂੰ ਕਮੈਂਟਸ ਪੁੱਛ ਸਕਦੇ ਹੋ, ਅਤੇ ਜਿੰਨੀ ਮੈਨੂੰ ਨੌਲੇਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਕਸਟਮ ਬਾਰਡਰ ਦੀ ਵੀ ਸਾਈਟ ਦਾ ਮੈਂ ਲਿੰਕ ਦੇ ਦਿੰਦਾ। ਜੇ ਕੋਈ ਡਾਊਟ ਹੋਏ, ਐਪਸ ਸਾਰੇ ਅਵੇਲੇਬਲ ਨੇ, ਤੁਸੀਂ ਉਹਨੂੰ ਦੇਖ ਕੇ ਕੋਈ ਡਾਊਟ ਹੋਏ ਦੇਖ ਸਕਦੇ ਹੋ, ਜਾਂ ਕੁਛ ਪੁੱਛਣਾ ਚਾਹੋ ਤਾਂ ਤੁਸੀਂ ਪੁੱਛ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।